सतगुर प्रसाद। आशा बाणी श्री नाम देव जी की। एक अनेक व्यापक पूरक, जत देखो तत सोई। माया चित्र बचित्र विमोहित, बिरला बूझे कोई। सब गोविंद है, सब गोविंद है, गोविंद बिन नहीं कोई। सूत एक मन सत सहंस जैसे, ओत पोत प्रभ सोई। रहाओ जल तरंग अर फेन बुधबुदा, जल ते भिन्न न होई। ए प्रपंच पार ब्रह्म की लीला, विचरत आन न होई। मिथ्या भरम अर सुपन मनोरथ, सत पदार्थ जानिया। सुकृत मनसा गुर उपदेशी, जागत ही मन मानिया। कहत नाम देव हर की रचना, देखो हृदय विचारी। कट कट अंतर सर्व निरंतर, केवल एक मुरारी। वाहिगुरु जी का खालसा, वाहिगुरु जी की फतेह। साध संगत, आशा राग विच हुण भगत नामदेव जी की बाणी का आरंभ होंदा। इसलिए फिर पातशाह मंगलाचरण के तौर पर उस अकाल पुरख नूं याद करते हुए एक ओंकार सतगुर प्रसाद अंकित करते हैं, जिसके अर्थ परमात्मा एक है, सर्वशक्तिवान है, सर्वव्यापक है, सच्चे गुरु जी कृपा द्वारा जानिया जाता। आशा बाणी श्री नामदेव जी की। आशा राग विच भगत नामदेव जी के मुखारबिंद तो उच्चारण की हुई बाणी का आरंभ हो रहा। ज्यों ज्यों मैं बाणी का पाठ कर रहा, विचार कर रहा, समझ आती है कि मनुख पहला जग्यासू बनता, फिर संगत करता है, फिर महापुरखों की संगत करके उन्होंने ये सोझी ते ज्ञान हो जाता। ज्ञान होने नाल अज्ञान का नाश हो जाता। जिवें एक बच्चा जदों तक स्कूल विच नहीं जाता, उन्होंने विद्या का ज्ञान नहीं होता। जदों वो जान लग पैंदा, सहजे सहजे उन्होंने लिखना, पढ़ना, बोलना, समझना आ जाता। वही बच्चा समा पा के फिर टीचर बन जाता, परीचर बन जाता, दूजियां नूं विद्या पढ़ाउंदा है, दूजियां विच प्रचार करता। तो कुदरती गल है, जिहड़ा ज्ञाता होवेगा, जिहड़ा टीचर होवेगा, जिहड़ा परीचर होवेगा, ਉਹਦੇ ਤੋਂ आम जग्यासू तरह तरह के सवाल पुछते हैं। ते जिहड़े पूर्ण पुरख ने वो फिर जिवें अपना हनेरा दूर होया, इवें लोकां दा हनेरा भी दूर करते। गुरमत का सिद्धांत इहो ही है, आप जपो अवरा नाम जपाओ, सुनत कहत रहत गत पाओ। भाई पहला आप जपो, फिर दूजियां नूं जपण की प्रेरणा करो।
ਪਹਿਲਾਂ ਆਪ ਸੁਣੋ, ਫਿਰ ਕਹੋ ਰਹਿਤ ਦੇ ਧਾਰਨੀ ਹੋ ਜਾ। ਤੋ ਸੱਚਮੁੱਚ ਭਗਤ ਨਾਮਦੇਵ ਜੀ ਇਸ ਅਵਸਥਾ ਤੇ ਪਹੁੰਚ ਚੁੱਕੇ ਨੇ। ਉਹਨਾਂ ਕੋਲੋਂ ਕਈ ਜਗਿਆਸੂ ਸਾਡੇ ਤੁਹਾਡੇ ਵਰਗੇ ਪੁੱਛਦੇ ਨੇ, ਭਗਤ ਜੀ ਪਰਮਾਤਮਾ ਇੱਕ ਕਿਵੇਂ ਹੈ ਤੇ ਅਨੇਕ ਕਿਵੇਂ? ਸਾਡੀ ਗੱਲ ਸਮਝ ਨਹੀਂ ਆਉਂਦੀ। ਭਗਤ ਜੀ ਕਿਰਪਾ ਕਰਦੇ ਨੇ, ਕਹਿੰਦੇ ਆਓ ਮੈਂ ਤੁਹਾਨੂੰ ਸਮਝਾਂ। ਏਕ ਅਨੇਕ ਵਿਆਪਕ ਪੂਰਕ, ਉਹ ਪਰਮਾਤਮਾ ਜੋ ਇੱਕ ਹੈ, ਉਹੀ ਅਨੇਕ ਰੂਪ ਹੋ ਕੇ ਵਿਚਰ ਰਿਹਾ, ਪਰ ਹੈ ਉਹ ਵਿਆਪਕ, ਹੈ ਉਹ ਸਾਰਿਆਂ ਦੇ ਅੰਦਰ ਭਰਪੂਰ। ਏਕ ਅਨੇਕ ਵਿਆਪਕ ਪੂਰਕ, ਉਹ ਇੱਕੋ ਹੀ ਅਨੇਕ ਰੂਪ ਹੋ ਕਰਕੇ ਸਭ ਦੇ ਅੰਦਰ ਵਿਆਪਕ ਹੈ, ਪੂਰਕ ਹੈ, ਭਰਪੂਰ। ਜਤ ਦੇਖੋ ਤਤ ਸੋਈ, ਜਿੱਧਰ ਵੀ ਦੇਖਦਾ ਹੂੰ ਮੈਨੂੰ ਤਾਂ ਉਹੀ ਨਜ਼ਰ ਆਉਂਦਾ। ਇਹ ਗੱਲ ਅਸੀਂ ਸੁਣ ਲਈ, ਪਰ ਇੰਨੀ ਛੇਤੀ ਸਮਝ ਵਿੱਚ ਨਹੀਂ। ਜਗਿਆਸੂਆਂ ਨੇ ਕਿਹਾ ਭਗਤ ਜੀ ਇਹ ਤਾਂ ਗੱਲ ਠੀਕ ਹੈ, ਪਰ ਅਸੀਂ ਲੋਕ ਭਰਮ ਵਿੱਚ ਕਿਉਂ ਪੈ ਜਾਂਦੇ? ਸਾਡੇ ਵਿੱਚ ਇਹ ਨਾਨਾ ਤਵ ਕਿਉਂ ਆ ਜਾਂਦੇ? ਸਾਡੇ ਵਿੱਚ ਆਪਣਾ ਬੇਗਾਨਾ, ਮਿੱਤਰ ਦੁਸ਼ਮਣ, ਇਹ ਭਾਵਨਾ ਕਿਉਂ ਪੈਦਾ ਹੋ? ਭਗਤ ਜੀ ਨੇ ਕਿਹਾ ਮਾਇਆ ਚਿੱਤਰ ਵਿਚਿੱਤਰ ਵਿਮੋਹਿਤ, ਇਹ ਸਭ ਮਾਇਆ ਦੇ ਚਿੱਤਰ। ਇਹਨਾਂ ਦੀ ਜਿਹੜੀ ਬਚਿੱਤਰਤਾ ਹੈ ਉਹ ਸਾਨੂੰ ਮੋਹ ਲੈਂਦੀ। ਭਾਵ ਮਾਇਆ ਦੇ ਪ੍ਰਭਾਵ ਹੋਣ ਕਰਕੇ ਭਗਤ ਕਬੀਰ ਜੀ ਨੇ ਵੀ ਸਮਝਾਇਆ ਹੈ, ਚਿੱਤਰ ਬਚਿੱਤਰ ਇਹ ਹੈ ਅਵਝੇਰਾ, ਤਜ ਚਿਤਰੈ ਚਿਤ ਰਾਖ ਚਤੇਰਾ, ਚਚਾ ਰਚਤ ਚਿਤਰ ਹੈ ਭਾਰੀ, ਤਜ ਚਿਤਰੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਇਹ ਹੈ ਅਵਝੇਰਾ, ਤਜ ਚਿਤਰੈ ਚਿਤ ਰਾਖ ਚਤੇਰਾ। ਆਖਿਆ ਇਹ ਮਾਇਆ ਦਾ ਪ੍ਰਭਾਵ ਹੈ। ਇਹ ਸੰਸਾਰ ਇੱਕ ਬਹੁਤ ਵੱਡਾ ਚਿੱਤਰ ਹੈ, ਤਥਾ ਇਹ ਮਾਇਆ ਦੇ ਪ੍ਰਭਾਵ ਕਰਕੇ ਸਾਨੂੰ ਵੱਖ-ਵੱਖ ਚਿੱਤਰ ਬਚਿੱਤਰ ਨਜ਼ਰ ਆਉਂਦੇ ਨੇ, ਔਰ ਬੇਮੋਹਿਤ ਅਸੀਂ ਇਹਦੇ ਤੇ ਮੋਹਿਤ ਹੋ ਜਾਂਦੇ। ਆਖਿਆ ਇੱਕ ਵੱਡਾ ਚਿੱਤਰ ਹੈ, ਪਰ ਅਸੀਂ ਚਿੱਤਰ ਦੇ ਤੇ ਉਪਾਸਕ ਬਣ ਜਾਂਦੇ, ਮੂਰਤੀਆਂ ਅੱਗੇ ਤੇ ਮੱਥਾ ਟੇਕਦੇ, ਤਸਵੀਰਾਂ ਨੂੰ ਤੇ ਮੰਨ ਲੈਂਦੇ, ਪਰ ਜਿਸ ਨੇ ਉਹ ਚਿੱਤਰ ਬਣਾਇਆ ਉਹਦੇ ਵੱਲ ਨਹੀਂ ਤੱਕ। ਕਹਿੰਦੇ ਨੇ ਰਾਜਾ ਜਨਕ ਆਪਣੇ ਮਹਿਲਾਂ ਵਿੱਚ ਪਲੰਗ ਤੇ ਸੁੱਤਾ ਹੋਇਆ, ਉਹਨੇ ਸੁਪਨੇ ਵਿੱਚ ਵੇਖਿਆ ਕਿ ਮੈਂ ਮੰਗਤਾ ਬਣ ਗਿਆ। ਮੰਗਤਾ ਬਣ ਕੇ ਲੋਕਾਂ ਦੇ ਘਰ ਭੀਖ ਮੰਗਣ ਗਿਆ। ਕਿਸੇ ਘਰੋਂ ਥੋੜ੍ਹੇ ਜਿਹੇ ਚੌਲ ਮਿਲੇ, ਕਿਤੋਂ ਦਾਲ ਮਿਲੀ। ਘੁਮਿਆਰ ਦੇ ਘਰੋਂ ਹਾਂਡੀ ਮੰਗ ਕੇ ਸੜਕ ਦੇ ਕੰਢੇ ਚੁੱਲ੍ਹਾ ਬਣਾ ਕੇ ਕੱਖ ਕੰਡਾ ਬਾਲ ਕੇ ਖਿਚੜੀ ਬਣਾਉਣ ਲੱਗ ਪਿਆ। ਸੁਪਨੇ ਵਿੱਚ ਕੀ ਦੇਖਦਾ ਹੈ ਕਿ ਦੋ ਬੈਲ ਲੜਦੇ ਹੋਏ ਆਏ। ਇਹਨੂੰ ਮਹਿਸੂਸ ਹੋਇਆ ਕਿ ਇਹ ਮੇਰੇ ਵੱਲ ਨਾ ਆ ਜਾਣ। ਉਹੀਓ ਗੱਲ ਹੋਈ, ਬੈਲ ਲੜਦੇ ਲੜਦੇ ਉੱਥੇ ਆ ਗਏ ਤੇ ਚੁੱਲ੍ਹਾ ਵੀ ਡਿੱਗ ਪਿਆ ਤੇ ਹਾਂਡੀ ਵੀ ਟੁੱਟ ਗਈ ਤੇ ਖਿਚੜੀ ਵੀ ਡੁੱਲ ਗਈ ਤੇ ਰਾਜੇ ਦੀ ਅੱਖ ਵੀ ਖੁੱਲ ਗਈ।
ਜਦੋਂ ਅੱਖ ਖੁੱਲੀ ਸੁਪਨਾ ਟੁੱਟ ਗਿਆ। ਸੁਪਨਾ ਟੁੱਟ ਜਾਣ ਤੋਂ ਬਾਅਦ ਜਦੋਂ ਜਾਗਰਤ ਅਵਸਥਾ ਵਿੱਚ ਆਇਆ, ਹੁਣ ਕੀ ਦੇਖਦਾ, ਮੈਂ ਮਹਿਲਾਂ ਵਿੱਚ ਪਿਆ, ਮੈਂ ਆਪਣੀ ਪਲੰਗ ਤੇ। ਮਨ ਵਿੱਚ ਇੱਕ ਸਵਾਲ ਪੈਦਾ ਹੋਇਆ, ਇਹ ਸੱਚ ਕਿ ਉਹ ਸੱਚ? ਜੋ ਮੈਂ ਸੁਪਨੇ ਵੀ ਦੇਖਦਾ ਸੀ ਉਹ ਸੱਚਾ ਸੀ, ਜਾਂ ਜੋ ਮੈਂ ਜਾਗਰਤ ਵੀ ਦੇਖਦਾ ਸੀ? ਇਹ ਸਵਾਲ ਵਿੱਚ ਰਾਜਾ ਉਲਝ ਗਿਆ। ਸਭ ਪੰਡਿਤ ਗਿਆਨੀ ਵਿਦਵਾਨ ਇਕੱਠੇ ਕੀਤੇ, ਭਾਈ ਮੇਰੇ ਸਵਾਲ ਦਾ ਜਵਾਬ ਦਿਓ। ਬਸ ਸਵਾਲ ਇਹ ਹੋਈ ਹੈ ਕਿ ਇਹ ਸੱਚ ਕਿ ਉਹ ਸੱਚ। ਹੋਰ ਕੁਝ ਦੱਸਦਾ ਨਹੀਂ, ਹੋਰ ਕੋਈ ਪੁੱਛਦਾ ਨਹੀਂ, ਬਸ ਇੱਥੇ ਤੱਕ ਹੀ ਅੜ ਗਏ। ਪੰਡਿਤ ਲੋਕ, ਵਿਦਵਾਨ ਲੋਕ ਆਪਣੀਆਂ ਦਲੀਲਾਂ ਦੇ ਕੇ ਸਮਝਾਉਂਦੇ ਨੇ, ਰਾਜੇ ਦੀ ਤਸੱਲੀ। ਕਹਿੰਦੇ ਨੇ ਉਸਨੇ ਸਾਰੇ ਵਿਦਵਾਨ ਪੰਡਿਤ ਕੈਦ ਕਰ ਲਏ। ਕਹਿੰਦਾ ਮੈਂ ਤੁਹਾਨੂੰ ਘਰ ਨਹੀਂ ਜਾਣਦਾ। ਸਮੇਂ ਦੇ ਮਹਾਂਪੁਰਖ ਨੂੰ ਅਸ਼ਟਾਵਕਰ ਜੀ ਨੂੰ ਪਤਾ ਲੱਗਾ, ਉਹ ਆਏ। ਕੁਦਰਤੀ ਉਹਨਾਂ ਦਾ ਨਾਮ ਹੀ ਅਸ਼ਟਾਵਕਰ ਹੈ। ਸਰੀਰ ਵਿੱਚ 8 ਟੇਡ ਸਨ, ਰੰਗ ਬੜਾ ਕਾਲਾ ਕਲੂਟਾ ਸੀ। ਉਹਨਾਂ ਨੂੰ ਪਤਾ ਲੱਗਾ ਰਾਜੇ ਨੇ ਸਾਰੇ ਹੀ ਵਿਦਵਾਨ ਕੈਦ ਕਰ ਲਏ। ਅਸ਼ਟਾਵਕਰ ਜੀ ਆਏ। ਜਦੋਂ ਆਏ ਤੇ ਉਹਨਾਂ ਦੇ ਸਰੀਰ ਦੇ ਟੇਡ ਦੇਖ ਕੇ, ਉਹਨਾਂ ਦਾ ਰੰਗ ਰੂਪ ਦੇਖ ਕੇ ਸਭਾ ਵਿੱਚ ਬੈਠੇ ਬ੍ਰਾਹਮਣ ਪੰਡਿਤ ਹੱਸ ਪਏ। ਗੱਲ ਬਹੁਤ ਲੰਬੀ ਹੈ, ਆਪਾਂ ਨੇ ਤੱਤ ਨੂੰ ਸਮਝਣਾ। ਗੱਲ ਕੀ? ਅਸ਼ਟਾਵਕਰ ਜੀ ਕਹਿਣਗੇ, ਰਾਜਨ ਕੀ ਹੈ ਤੁਹਾਡਾ ਸਵਾਲ? ਕਹਿੰਦਾ ਜੀ ਇਹ ਸੱਚ ਕਿ ਉਹ ਸੱਚ? ਅਸ਼ਟਾਵਕਰ ਜੀ ਕਹਿਣਗੇ, ਰਾਜਨ ਇਹਦਾ ਜਵਾਬ ਤੇ ਬੜਾ ਸੌਖਾ ਹੈ। ਜੈਸਾ ਇਹ ਵੈਸਾ ਉਹ, ਜੈਸਾ ਉਹ ਤੈਸਾ ਇਹ। ਕਹਿੰਦੇ ਜੀ ਜਰਾ ਹੋਰ ਚੰਗੀ ਤਰ੍ਹਾਂ ਸਮਝਾਓ। ਕਹਿੰਦੇ ਦੇਖ ਰਾਜਨ, ਤੇਰਾ ਸਵਾਲ ਵੀ ਗੋਲਮੋਲ ਹੈ, ਸਾਡਾ ਜਵਾਬ ਵੀ ਗੋਲਮੋਲ ਹੈ। ਤੇਰਾ ਸਵਾਲ ਹੈ ਇਹ ਸੱਚ ਕਿ ਉਹ ਸੱਚ, ਇਹਦਾ ਜਵਾਬ ਇਹ ਹੈ ਜੈਸਾ ਇਹ ਵੈਸਾ ਉਹ, ਜੈਸਾ ਉਹ ਤੈਸਾ ਇਹ। ਜੇ ਤੂੰ ਅੱਗੋਂ ਸਮਝਣਾ ਤੇ ਆਪਣੀ ਗੱਲ ਵੀ ਸਮਝਾ। ਗੱਲ ਕੀ? ਜਿਵੇਂ ਸਿਆਣਾ ਡਾਕਟਰ, ਸਿਆਣਾ ਹਕੀਮ ਮਰੀਜ਼ ਕੋਲੋਂ ਪੁੱਛ ਲੈਂਦਾ ਵੀ ਤੂੰ ਕੀ ਖਾਧਾ ਸੀ, ਉਹ ਕਹੀ ਜਾਂਦਾ ਨਹੀਂ ਕੁਝ ਨਹੀਂ ਖਾਧਾ, ਉਹ ਕਹਿੰਦੇ ਵੀ ਕੁਛ ਤੇ ਖਾਧਾ ਸੀ। ਸੱਚਮੁੱਚ ਇਸੇ ਤਰ੍ਹਾਂ ਅਸ਼ਟਾਵਕਰ ਜੀ ਦੇ ਸਾਹਮਣੇ ਰਾਜੇ ਨੂੰ ਸਾਰੀ ਗੱਲ ਦੱਸਣੀ ਪਈ ਤੇ ਉਹ ਹੱਸ ਪਏ। ਕਹਿਣ ਲੱਗੇ, ਸੁਣ ਰਾਜਾ, ਜਦੋਂ ਤੀਕਰ ਤੂੰ ਸੁੱਤਾ ਪਿਆ ਸੀ ਉਦੋਂ ਤੀਕਰ ਸੁਪਨਾ ਸੱਚਾ ਸੀ, ਜਦੋਂ ਤੂੰ ਜਾਗ ਪਿਆ ਤੇ ਸੁਪਨਾ ਝੂਠਾ ਹੋ। ਇਸੇ ਤਰ੍ਹਾਂ ਇਹ ਜਿਹੜਾ ਜਗਤ ਹੈ, ਇਹਦੀ ਜਿਹੜੀ ਵਖਰੇਵਾਂ ਹੈ, ਇਹ ਸਾਨੂੰ ਸੱਚਾ ਲੱਗਣ ਲੱਗ ਪੈਂਦਾ। ਜਿਸ ਤਰ੍ਹਾਂ ਜਾਗਣ ਕਰਕੇ ਸੁਪਨਾ ਝੂਠਾ ਹੋ ਗਿਆ, ਇਸੇ ਤਰ੍ਹਾਂ ਜਿਸ ਦਿਨ ਤੈਨੂੰ ਗਿਆਨ ਦੀ ਜਾਗ ਆ ਜਾਏਗੀ, ਫਿਰ ਇਹ ਜਗਤ ਵੀ ਤੈਨੂੰ ਝੂਠਾ ਲੱਗੇ। ਰਾਜੇ ਦੀ ਤਸੱਲੀ ਹੋ ਗਈ। ਗੱਲ ਲੰਬੀ ਨਾ ਕਰੀਏ, ਕਹਿਣ ਦਾ ਮਤਲਬ ਇਹ ਜਿਹੜਾ ਸੁਪਨਾ ਹੈ, ਇਹ ਜਿਹੜੀ ਅਗਿਆਨਤਾ ਹੈ, ਇਹਦੇ ਵਿੱਚ ਸਾਨੂੰ ਭੁਲੇਖਾ ਪੈ ਜਾਂਦਾ। ਅਸਲੀਅਤ ਇਹੋ ਹੀ ਹੈ, ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਵਿਮੋਹਿਤ, ਬਿਰਲਾ ਬੂਝੈ ਕੋਈ। ਕਿਸੇ ਵਿਰਲੇ ਨੂੰ ਸਮਝ ਆਉਂਦੀ, ਜਿਹਨੂੰ ਸਮਝ ਆ ਜਾਏ ਉਹਦੇ ਭੁਲੇਖੇ ਦੂਰ ਹੋ ਜਾਂਦੇ, ਉਹਦੀ ਅਗਿਆਨਤਾ ਦੂਰ ਹੋ ਜਾਂਦੀ। ਉਹ ਫਿਰ ਕੀ ਕਹਿੰਦਾ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਭਾਈ ਹਰ ਜਗ੍ਹਾ ਤੇ ਗੋਬਿੰਦ ਹੈ। ਗੋਬਿੰਦ ਸ਼ਬਦ ਬਾਣੀ ਬਹੁਤ ਵਾਰੀ ਆਉਂਦਾ ਪਰਮਾਤਮਾ, ਜਿਹਦੇ ਅਰਥ ਨੇ ਗੋ ਸਾਰੀ ਧਰਤੀ ਦਾ ਮਾਲਕ, ਗੋ ਇੰਦਰੀਆਂ, ਇੰਦਰੀਆਂ ਨੂੰ ਸੱਤਿਆ ਬਖਸ਼ਣ ਵਾਲਾ, ਜਿਹਨੇ ਇਹਦੇ ਅਰਥ ਬਹੁਤ ਜ਼ਿਆਦਾ। ਗੱਲ ਹੈ ਪਰਮਾਤਮਾ ਜਿਹੜਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ,
ਗੋਬਿੰਦ ਬਿਨ ਨਹੀਂ ਕੋਈ। ਹੁਣ ਅਗਲਾ ਸਵਾਲ ਹੈ ਬਈ ਇੱਕ ਹੋ ਕੇ ਅਨੇਕ ਕਿਵੇਂ? ਕਹਿੰਦੇ ਸੂਤ ਏਕ ਮਣ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਜਿਵੇਂ ਸਤ ਜਾਂ ਸਹੰਸ, ਗੁਰਬਾਣੀ ਵਿੱਚ ਸੱਤ ਅੱਖਰ ਕਈ ਰੂਪਾਂ ਵਿੱਚ। ਇਹ ਸੱਤ ਜਿਹੜਾ ਹੈ ਗਿਣਤੀ ਦਾ ਹੈ, ਪਰ ਇੱਥੇ ਸੱਤ ਦੇ ਅਰਥ ਨੇ 100। 100 ਜਾਂ 1000 ਮੋਤੀ ਹੋਣ, ਉਹਨਾਂ ਦੀ ਮਾਲਾ ਬਣਾਉਣੀ ਹੋਵੇ ਤੇ ਉਹਨਾਂ ਵਿੱਚ ਸੂਤਰ ਦਾ ਧਾਗਾ ਪਾਉਣਾ ਪੈਂਦਾ, ਤੇ ਇੱਕ ਸੂਤਰ ਦੇ ਧਾਗੇ ਵਿੱਚ ਜਦੋਂ ਮਣਕੇ ਪਰੋਏ ਜਾਂਦੇ ਨੇ ਉਹ ਮਾਲਾ ਬਣ ਜਾਂਦੀ। ਕਹਿੰਦੇ ਇਸੇ ਤਰ੍ਹਾਂ ਸੂਤ ਏਕ ਮਣ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਓਤ ਪੋਤ ਦਾ ਮਤਲਬ ਹੈ ਤਾਣੇ ਪੇਟੇ ਵਾਂਗੂ ਉਹ ਪਰਮਾਤਮਾ ਵਿਆਪਕ ਹੈ। ਹੁਣ ਹੋਰ ਚੰਗੀ ਤਰ੍ਹਾਂ ਸਮਝਾਉਂਦੇ ਰਹਾਓ। ਜਲ ਤਰੰਗ ਅਰ ਫੇਨ ਬੁਦਬੁਦਾ। ਜਲ ਕਹੀਏ ਪਾਣੀ, ਤਰੰਗ ਕਹੀਏ ਲਹਿਰਾਂ, ਫੇਨ ਕਹੀਏ ਝੱਗ, ਬੁਦਬੁਦੇ ਜਿਹੜੇ ਬੁਲਬੁਲੇ ਪੈਦਾ ਹੁੰਦੇ, ਇਹ ਸਭ ਪਾਣੀ ਵਿੱਚ ਹੀ ਹੁੰਦੇ ਨੇ। ਪਾਣੀ ਵਿੱਚੋਂ ਲਹਿਰਾਂ ਉੱਠਦੀਆਂ ਨੇ, ਪਾਣੀ ਵਿੱਚ ਹੀ ਝੱਗ ਬਣਦੀ ਹੈ, ਪਾਣੀ ਵਿੱਚ ਹੀ ਬੁਲਬੁਲੇ ਬਣਦੇ। ਜਲ ਤਰੰਗ ਅਰ ਫੇਨ ਬੁਦਬੁਦਾ। ਜਲ ਤੇ ਭਿੰਨ ਨਾ ਹੋਈ। ਇਹ ਸਾਰੀਆਂ ਚੀਜ਼ਾਂ ਪਾਣੀ ਤੋਂ ਵੱਖਰੀਆਂ ਨਹੀਂ ਹੈਗੀਆਂ, ਹੈ ਪਾਣੀ। ਚਾਹੇ ਉਹ ਲਹਿਰਾਂ ਹਨ, ਚਾਹੇ ਉਹ ਝੱਗ ਹੈ, ਚਾਹੇ ਉਹ ਬੁਲਬੁਲੇ। ਜਲ ਤਰੰਗ ਅਰ ਫੇਨ ਬੁਦਬੁਦਾ। ਜਲ ਤੇ ਭਿੰਨ ਨਾ ਹੋਈ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ। ਪਰਪੰਚ ਦਾ ਮਤਲਬ ਹੈ ਖਲਾਰਾ। ਇਹ ਜਿਤਨਾ ਖਲਾਰਾ ਸੰਸਾਰ ਦਾ ਨਜ਼ਰ ਆਉਂਦਾ, ਇਹ ਸਭ ਤਮਾਸ਼ਾ ਰੂਪ ਹੈ। ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ। ਬਾਜੀਗਰ ਸਵੰਗ ਸ਼ਕੇਲਾ, ਆਪਣੇ ਰੰਗ ਰਵੈ ਅਕੇਲਾ। ਆਖਿਆ ਬਸ ਅਚੰਭੇ ਦੀ ਗੱਲ ਇਹ ਹੈ, ਕੁਝ ਲੋਕ ਕਹੋ ਕਬੀਰ ਬਾਜੀ ਜਗ ਭਾਈ, ਬਾਜੀਗਰ ਸਿਉ ਮੋਹ ਪ੍ਰੀਤ ਬਨ ਆਈ। ਕਈਆਂ ਦਾ ਚਿੱਤ ਬਾਜੀ ਨਾਲ ਖੇਡ ਨਾਲ ਲੱਗ ਜਾਂਦਾ, ਪਰ ਮੇਰਾ ਚਿੱਤ ਬਾਜੀਗਰ ਨਾਲ ਲੱਗੇ। ਗੱਲ ਬੜੀ ਸੂਖਸ਼ਮ ਹੈ ਤੇ ਸਮਝਣ ਵਾਲੀ। ਆਖਿਆ ਇਸੇ ਤਰ੍ਹਾਂ ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ। ਜਦੋਂ ਵਿਚਾਰ ਕਰਾਂਗੇ, ਇੱਥੇ ਵਿਚਰਤ ਦਾ ਮਤਲਬ ਹੈ ਵਿਚਾਰ ਕਰਨ। ਜਦੋਂ ਵਿਚਾਰਿਆ ਫਿਰ ਸਮਝ ਆਈ ਇਹ ਤਾਂ ਕੋਈ ਵੱਖਰਾ ਨਹੀਂ। ਜਲ ਤਰੰਗ ਅਰ ਫੇਨ ਬੁਦਬੁਦਾ। ਜਲ ਤੇ ਭਿੰਨ ਨਾ ਹੋਈ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ। ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਨੀਆ। ਗਲਤੀ ਇਹ ਹੋ ਗਈ ਕਿ ਇਹ ਜਿਹੜਾ ਮਿਥਿਆ ਸ਼ਬਦ ਹੈ ਝੂਠੇ ਲਈ। ਭਰਮ ਦਾ ਮਤਲਬ ਹੈ ਭੁਲੇਖਾ, ਵਹਿਮ, ਗਲਤ ਖਿਆਲ ਹੋ ਜਾ। ਔਰ ਸੁਪਨੇ ਦੇ ਜਿਹੜੇ ਮਨੋਰਥ ਨੇ, ਜਿਵੇਂ ਰਾਜੇ ਜਨਕ ਦੀ ਮਿਸਾਲ ਦਿੱਤੀ, ਉਹ ਚੀਜ਼ਾਂ ਜਿਨ੍ਹਾਂ ਦੀ ਖਾਤਰ ਮਨ ਦੌੜਦਾ ਫਿਰਦਾ, ਉਹਨਾਂ ਨੂੰ ਸੱਚਾ ਕਰਕੇ ਮੰਨ ਲੈਂਦਾ। ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ। ਹੁਣ ਇੱਥੇ ਸੱਤ ਦੇ ਤੱਤੇ ਨੂੰ ਸਿਆਰੀ ਹੈ, ਇਹਨਾਂ ਨੂੰ ਮਨੁੱਖ ਸੱਚੇ ਸਮਝ ਲੈਂਦਾ। ਹੁਣ ਅਗਲਾ ਸਵਾਲ ਹੈ ਵੀ ਇਹ ਫਿਰ ਭੁਲੇਖਾ ਦੂਰ ਕਿਵੇਂ ਹੋਵੇ? ਆਖਿਆ ਸੁਕ੍ਰਿਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨ ਮਾਨਿਆ। ਗੁਰੂ ਨੇ ਕਿਹਾ, ਉਪਦੇਸ਼ ਕੀਤਾ ਬਈ ਸੁਕ੍ਰਿਤ, ਚੰਗੇ ਕੰਮ ਕਰੋ।
ਮਨਸਾ ਦਾ ਮਤਲਬ ਹੈ ਮਨ ਵਿੱਚ ਚੰਗੇ ਸੰਕਲਪ ਪੈਦਾ ਕਰੋ। ਜਦੋਂ ਗੁਰੂ ਦੇ ਇਸ ਦੱਸੇ ਹੋਏ ਮਾਰਗ ਤੇ ਚੱਲਾਂਗੇ ਫਿਰ ਸਮਝ ਆ ਜਾਏ। ਸੁਕ੍ਰਿਤ ਮਨਸਾ ਗੁਰੂ ਉਪਦੇਸੀ ਜਾਗਤ ਹੀ ਮਨ ਮਾਨਿਆ। ਜਦੋਂ ਗੁਰੂ ਦੇ ਉਪਦੇਸ਼ ਦੁਆਰਾ ਮਨ ਜਾਗ ਪੈਂਦਾ ਫਿਰ ਸਮਝ ਆ ਜਾਂਦਾ। ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ। ਨਾਮਦੇਵ ਜੀ ਫਰਮਾਉਂਦੇ ਹੈ ਭਾਈ ਇਹ ਸਾਰੀ ਰਚਨਾ ਹਰੀ ਦੀ ਹੈ, ਪਰ ਇਹਨੂੰ ਹਿਰਦੇ ਵਿੱਚ ਵਿਚਾਰ ਕੇ ਦੇਖੋ। ਜਦੋਂ ਵਿਚਾਰ ਕੇ ਦੇਖੋਗੇ ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਹਰ ਘਟ ਦੇ ਅੰਦਰ ਸਭ ਦੇ ਅੰਦਰ ਇੱਕ ਰਸ ਕੇਵਲ ਤੇ ਕੇਵਲ ਇੱਕ ਪਰਮਾਤਮਾ। ਬਸ ਜਿਸ ਨੂੰ ਸਮਝ ਆ ਗਈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸ਼ਾਂਤ ਜੈਸੇ ਓਤ ਪੋਤ ਪ੍ਰਭ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।